ਉਹ ਫਿਲਮੀ ਸਕ੍ਰਿਪਟ ਤਾਂ ਉਹ ਸੀਗਾ ਜੋ 2015 ਦੇ ਵਿੱਚ 14 ਅਕਤੂਬਰ ਨੂੰ ਹੋਇਆ ਸੀ। ਉਹ ਸਾਰਾ ਕੁਝ ਫਿਲਮੀ ਸਕ੍ਰਿਪਟ ਸੀਗਾ। ਉਹ ਜਨਰਲ ਡਾਇਰ ਕੌਣ ਸੀਗੇ, ਮਾਈਕਲ ਓਡਾਇਰ ਕੌਣ ਸੀਗੇ। ਪੰਜਾਬ ਸਟੇਟ ਹੋਵੇ, ਠੀਕ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਨਸਾਫ ਨਾ ਮਿਲੇ, ਇਹ ਕਿਸ ਤਰ੍ਹਾਂ ਹੋਏ? ਕੇਵਲ ਇੱਕ ਸਿਆਸਤ ਮਤਲਬ ਕੀਤਾ ਗਿਆ ਸਾਰਾ। ਸਿਆਸਤਦਾਨਾਂ ਦੀ ਰਾਜਨੀਤੀ ਹੁਣ ਅਸੀਂ ਖਤਮ ਕਰਨ ਜਾ ਰਹੇ ਹਾਂ। ਜਨਤਾ ਜਾਗਰੂਕ ਹੋ ਗਈ ਹੈ। ਜੋ ਬੋਲ ਰਹੇ ਨੇ ਕਿ ਰਿਪੋਰਟ ਗਲਤ ਹੈ, ਉਹਨਾਂ ਨੂੰ ਕਹੋ ਨਾ ਕਿ ਥੋੜਾ ਰਿਪੋर्ट एक ਪੈਰਾਗ੍ਰਾਫ ਵੀ ਪੜ੍ਹ ਦੇਣ। ਮਿਨਿਸਟਰ ਸਾਹਿਬ ਨੇ, ਪੰਜਾਬ ਦੇ ਚੀਫ ਮਿਨਿਸਟਰ, ਇੰਡੀਆ ਦੇ ਸਭ ਤੋਂ ਸੀਨੀਅਰ ਤੁਸੀਂ ਕਹੋਗੇ ਚੀਫ ਮਿਨਿਸਟਰ, ਪਾਵਰਫੁਲ ਚੀਫ ਮਿਨਿਸਟਰ, ਉਹਨਾਂ ਦੇ ਆਰਡਰਾਂ ਦੀ ਜਦੋਂ ਕੰਪਲਾਈਂਸ ਨਹੀਂ ਹੁੰਦੀ ਹੈ ਤਾਂ ਪਤਾ ਤਾਂ ਲੱਗਦਾ ਹੈ ਨਾ ਕਿ ਕੋਈ ਨਾ ਕੋਈ ਉਹ ਤਾਕਤ ਹੈ ਜੋ ਚੀਫ ਮਿਨਿਸਟਰ ਸਾਹਿਬ ਨੂੰ ਵੀ ਓਵਰਰੂਲ ਕਰ ਰਹੀ ਹੈ। ਕੋਟਕਪੂਰਾ ਗੋਲੀकांड ਦੇ ਵਿੱਚ ਅੱਜ ਇੱਕ ਅਹਿਮ ਜਿਹੜੀ ਹੈ ਸੁਣਵਾਈ ਹਾਈ ਕੋਰਟ ਵਿੱਚ ਹੋਈ ਹੈ, ਜਿਹਦੇ ਵਿੱਚ ਕਿ ਕੁੰਵਰ ਵਿਜੇ ਪ੍ਰਤਾਪ ਹੋਣਾ ਵੱਲੋਂ ਇੱਕ ਪਟੀਸ਼ਨ ਪਾਈ ਗਈ ਸੀ, ਜਿਹਨੂੰ ਕਿ ਅੱਜ ਐਕਸੈਪਟ ਕਰ ਲਿੱਤਾ ਗਿਆ ਹੈ। ਤਾਂ ਕੀ ਹੈ ਸਾਰਾ ਮਸਲਾ? ਸਾਡੇ ਨਾਲ ਕੁੰਵਰ ਵਿਜੇ ਪ੍ਰਤਾਪ ਮੌਜੂਦ ਨੇ। ਸਰ, ਕੀ ਹੈ ਮਾਮਲਾ ਜਿਹੜਾ ਕਿ ਬਹੁਤ ਸਾਰਾ ਇੱਕ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ, ਕਿਉਂਕਿ ਬੇਅਦਬੀ ਤੋਂ ਬਾਅਦ ਜਿਹੜੀ ਹੈ ਫਾਇਰਿੰਗ ਹੋਈ ਸੀ ਤਾਂ ਉਹਨੂੰ ਲੈ ਕੇ ਤੁਹਾਡੀ ਸਿੱਟ ਦੀ ਰਿਪੋਰਟ ਜਿਹੜੀ ਖਾਰਜ ਕਰ ਦਿੱਤੀ ਗਈ ਸੀ, ਤੁਹਾਡੇ 'ਤੇ ਇਲਜ਼ਾਮ ਲਗਾਏ ਗਏ ਸੀ ਕਿ ਇੱਕ ਫਿਲਮੀ ਸਕ੍ਰਿਪਟ ਤਿਆਰ ਕੀਤੀ ਗਈ ਸੀ, ਤਾਂ ਉਹਦੇ ਵਿੱਚ ਕੀ ਹੁਣ ਅਪਡੇਟ ਹੈ? ਦੇਖੋ, ਫਿਲਮੀ ਸਕ੍ਰਿਪਟ ਤਾਂ ਉਹ ਸੀਗਾ ਜੋ 2015 ਦੇ ਵਿੱਚ 14 ਅਕਤੂਬਰ ਨੂੰ ਹੋਇਆ ਸੀ। ਉਹ ਸਾਰਾ ਕੁਝ ਫਿਲਮੀ ਸਕ੍ਰਿਪਟ ਸੀਗਾ। ਉਹ ਜਨਰਲ ਡਾਇਰ ਕੌਣ ਸੀਗੇ, ਮਾਈਕਲ ਓਡਾਇਰ ਕੌਣ ਸੀਗੇ, ਇਹ ਸਾਰਿਆਂ ਦੀ ਜੇਕਰ ਅਸੀਂ ਜਾਂਚ ਪੜਤਾਲ ਕਰਕੇ ਸਾਰਿਆਂ ਦੇ ਖਿਲਾਫ ਸਬੂਤ ਅਸੀਂ ਰੱਖ ਦਿੱਤੇ ਤੇ ਦੇਖੋ ਸਰਕਾਰੀ ਪੱਖ ਨੇ ਇੱਕ ਉਹਨਾਂ ਦਾ ਇੱਕ ਗਰੁੱਪ ਤਿਆਰ ਹੋਇਆ ਸੀ। ਇੱਕ ਗਰੁੱਪ ਜਿਨ੍ਹਾਂ ਦਾ ਮਤਲਬ ਮੈਂ ਇਹੀ ਕਹਾਂਗੀ ਕਾਂਗਰਸ ਦੇ ਵਿੱਚ ਇੱਕ ਅਕਾਲੀ ਕਾਂਗਰਸ ਬਣ ਗਿਆ ਸੀ, ਜਿਨ੍ਹਾਂ ਨੇ ਦੋਸ਼ੀਆਂ ਦੀ ਸਪੋਰਟ ਕੀਤੀ। ਸਾਰਾ ਕੁਝ ਇਹ ਹੋਇਆ ਤੇ ਮੈਂ ਜੋ 9 ਅਪ੍ਰੈਲ 2021 ਨੂੰ ਜੋ ਫੈਸਲਾ ਆਇਆ ਸੀ, ਉਸ ਫੈਸਲੇ ਦੇ ਉੱਤੇ ਮੈਂ ਅਪੀਲ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਚ ਦੇ ਸਾਹਮਣੇ ਕੀਤੀ ਹੈ। ਮੈਂ ਆਪਣੀ ਫਰਿਆਦ ਰੱਖੀ ਹੋਈ ਹੈ ਕਿ ਜੋ ਮਤਲਬ ਰਿਪੋਰਟ ਕੁਐਸ ਕੀਤੀ ਗਈ ਹੈ ਉਹ ਬੇਸਿਕਲੀ ਇੱਕ ਚਲਾਨ ਹੈ। ਚਲਾਨ ਦੇ ਉੱਤੇ ਸੁਣਵਾਈ ਹੋਣੀ ਚਾਹੀਦੀ ਹੈ। ਸੁਣਵਾਈ ਮਾਨਯੋਗ ਸੈਸ਼ਨ ਅਦਾਲਤ ਫਰੀਦਕੋਟ ਦੇ ਵਿੱਚ ਚੱਲ ਰਹੀ ਸੀਗੀ। ਉਸ ਸੁਣਵਾਈ ਨੂੰ, ਉਸ ਮਤਲਬ ਟਰਾਇਲ ਨੂੰ ਕੁਐਸ ਕੀਤਾ ਗਿਆ ਹੈ। ਤਾਂ ਮੇਰੀ ਇਹੀ ਬੇਨਤੀ ਹੈ ਕਿ ਜੋ ਟਰਾਇਲ ਚੱਲ ਰਿਹਾ ਸੀ ਉਸ ਟਰਾਇਲ ਨੂੰ ਮਤਲਬ ਕੰਟੀਨਿਊ ਰੱਖਿਆ ਜਾਵੇ, ਕਿਉਂਕਿ ਜਦੋਂ ਤੱਕ ਟਰਾਇਲ ਨਹੀਂ ਹੁੰਦਾ ਹੈ ਚਲਾਨ ਤੋਂ ਬਾਅਦ, ਉਦੋਂ ਤੱਕ ਪਤਾ ਨਹੀਂ ਲੱਗਦਾ ਹੈ ਕਿ ਸੱਚਾਈ ਕੀ ਹੈ। ਸੱਚਾਈ ਉਦੋਂ ਹੀ ਸਾਹਮਣੇ ਆਊਗੀ ਜਦੋਂ ਇਸ ਕੇਸ ਦਾ ਟਰਾਇਲ ਹੋਗਾ। ਇਸ ਕਰਕੇ ਮੈਂ ਅਪੀਲ ਕੀਤੀ ਹੋਈ ਹੈ। ਉਹਦੇ ਉੱਤੇ ਨੋਟਿਸ ਆਫ ਮੋਸ਼ਨ ਜੋ ਹੋਇਆ ਹੈ 7 ਦਸੰਬਰ ਵਾਸਤੇ ਹੋਇਆ ਹੈ। ਤੇ ਦੇਖੋ ਇਹ ਸੁਣਵਾਈ ਚੱਲ ਰਹੀ ਹੈ, ਇਸ ਕਰਕੇ ਮੈਂ ਬਹੁਤ ਜ਼ਿਆਦਾ ਇਸ ਬਾਰੇ ਟਿੱਪਣੀ ਨਹੀਂ ਕਰਨਾ ਚਾਹੁੰਦਾ। ਤੇ ਕੀ ਸਮਝਦੇ ਹੋ ਕਿ ਇਹ ਇੱਕ ਜਿੱਤ ਹੈ ਤੁਹਾਡੀ? ਦੇਖੋ, ਜਿੱਤ ਤੇ ਹਾਰ ਤਾਂ ਦੇਖੋ ਉੱਪਰ ਵਾਲੇ ਕਰਦੇ ਨੇ। ਹਾਨੀ ਲਾਭ ਜੀਵਨ ਮਰਨ ਜਸ ਅਪਜਸ ਵਿਧੀ ਹਾਥ। ਪਰ ਕਹਿੰਦੇ ਸਿਆਸਤ ਦੇ ਪਰ ਕਹਿੰਦੇ ਸਿਆਸਤ ਦੇ ਵਿੱਚ ਜਿਹੜੇ ਸਿਆਸਤਦਾਨ ਹੁੰਦੇ ਆ ਸਭ ਕੁਝ ਉਹੀ ਚਲਾਉਂਦੇ ਨਹੀਂ। ਉਸ ਸਿਆਸਤ ਨੂੰ ਅਸੀਂ ਬਦਲਣ ਵਾਸਤੇ ਆਏ ਹਾਂ। ਮੈਂ ਕੋਈ ਰਵਾਇਤੀ ਪੋਲਿਟਿਕਸ ਨਹੀਂ ਜੁਆਇਨ ਕੀਤੀ ਹੈ। ਮੈਨੂੰ ਕੋਈ ਸ਼ੌਕ ਨਹੀਂ ਸੀਗਾ। ਹਾਲਾਤ ਇਸ ਤਰ੍ਹਾਂ ਦੇ ਪੈਦਾ ਹੋ ਗਏ ਕਿ ਮੈਨੂੰ ਮਹਿਸੂਸ ਹੋਇਆ ਕਿ ਇਸ ਸਿਆਸਤ ਨੂੰ ਬਦਲਣਾ ਚਾਹੀਦਾ ਹੈ, ਕਿਉਂਕਿ ਇਹ ਜਿਹੜੀ ਸਿਆਸਤ ਹੈ ਉਹ ਹਰ ਚੀਜ਼ ਨੂੰ ਦੇਖੋ, ਹਰ ਚੀਜ਼ ਨੂੰ ਖਰਾਬ ਕਰਦੀ ਹੈ। ਜੇਕਰ ਮੰਨ ਲਓ ਪੰਜਾਬ ਸਟੇਟ ਹੋਵੇ, ਠੀਕ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਨਸਾਫ ਨਾ ਮਿਲੇ, ਇਹ ਕਿਸ ਤਰ੍ਹਾਂ ਹੋਏ? ਕੇਵਲ ਇੱਕ ਸਿਆਸਤ ਮਤਲਬ ਕੀਤਾ ਗਿਆ ਸਾਰਾ। ਸਿਆਸਤਦਾਨ ਕਹਿੰਦੇ ਕਿ ਤੁਸੀਂ ਸਿੱਟ ਜਿਹੜੀ ਤੁਸੀਂ ਆਪਣੀ ਜਿਹੜੀ ਰਿਪੋਰਟ ਫਾਈਲ ਕੀਤੀ, ਮੇਰਾ ਸਵਾਲ ਸੁਣ ਲੀजिए। ਮੇਰਾ ਸਵਾਲ ਹੈ ਕਿ ਉਹ ਕਹਿ ਰਹੇ ਆ ਕਿ ਜੀ ਸਿੱਟ ਦੀ ਰਿਪੋਰਟ ਹੀ ਇੰਨੀ ਗਲਤ ਬਣਾਈ ਗਈ, ਇਸ ਕਰਕੇ ਸਾਨੂੰ ਜਿਹੜਾ ਹੈਗਾ ਇੰਨਾ ਸਮਾਂ ਸਾਡਾ ਬਰਬਾਦ ਹੋ ਗਿਆ। ਜੇਕਰ ਉਹਨਾਂ ਸਿਆਸਤਦਾਨਾਂ ਨੂੰ ਇੱਕ ਲਾਈਨ ਦੀ ਵੀ ਸਮਝ ਹੋਵੇ ਨਾ ਜੀ, ਉਹ ਰਿਪੋर्ट पढ़ के देख लें, जेकर एक पैराग्राफ भी वो समझ लें तो मैं कहांगा कि हाँ वो भी मतलब सियासतदान ने। इस करके इन्होंने सियासतदाना की राजनीति हुण असी खत्म करन जा रहे हैं। जनता जागरूक हो गई है। जो बोल रहे हैं कि रिपोर्ट गलत है, उन्होंने कहो ना कि थोड़ा रिपोर्ट एक पैराग्राफ भी पढ़ दें। जो डिबेट करते हैं तुहाडे सामने मीडिया दे विच जो डिबेट करते हैं, रिपोर्ट की कापी रख दो, जाओ RTI दे विच मानयोग सैशन अदालत तो ले लो फरीदकोट तो। मेरी गल सुनो, बगैर पढ़े हुए, बगैर समझे हुए तो किस तरह टिप्पणी कर सकते हो? जेकर देखो वो कर रहे हैं तो गलत कर रहे हैं। पर हाईकोर्ट ने भी टिप्पणी की है कि रिपोर्ट गलत है, इस करके ਅਸੀਂ खारिज कर रहे हैं। नहीं, इस तरह नहीं किया गया है। तुसी देख लेना, तुसी भी नहीं पढ़े हो। मैं गारंटी देना चाहूँगा कि तुसी भी नहीं पढ़े हो। जेकर तुसी पढ़ दे तो तुसी इस तरह का सवाल नहीं कर दे, ठीक है ना। तो जब मैं यही कह रहा ना कि इस चीज़ ਨੂੰ सियासत तो दूर रखा जाए। क्यों? क्योंकि ये मसला प्रोफेशनल मसला है, पंजाब ਦੇ ਨਾਲ जुड़िया होया मसला है, पंजाबीयत ਦੇ ਨਾਲ जुड़िया होया है, ਤੇ ਪੰਜਾਬ ਦੀ ਹੋਂਦ ਦੇ ਨਾਲ, ਪੰਜਾਬ ਦੀ ਆਉਣ ਵਾਲੀ ਜਨਰੇਸ਼ਨ ਦੇ ਨਾਲ ਜੁੜਿਆ ਹੋਇਆ ਮਸਲਾ ਹੈ। ਇਸ ਕਰਕੇ ਇਸ ਮਸਲੇ ਨੂੰ ਪੋਲੀਟੀਸਾਈਜ਼ ਨਾ ਕੀਤਾ ਜਾਵੇ। ਸਰਕਾਰ ਨੂੰ ਮੈਂ ਪੂਰਾ ਮੌਕਾ ਦਿੱਤਾ ਸੀ। ਸਰਕਾਰ ਮਤਲਬ ਉਸ ਮੌਕੇ ਦਾ ਫਾਇਦਾ ਉਹਨਾਂ ਨੂੰ ਉਠਾਉਣਾ ਚਾਹੀਦਾ ਸੀ।
ਸਰਕਾਰ ਨੇ SIT ਨਵੀਂ ਬਣਾ ਦਿੱਤੀ, ਸਰਕਾਰ ਨੇ ਪੱਲਾ ਝਾੜ ਲਿਆ। ਮੈਂ ਕਿਹਾ ਕਿ ਚਲੋ ਜੇਕਰ ਤੁਸੀਂ ਨਹੀਂ ਕਰੋਗੇ ਤਾਂ ਮੈਂ ਦੱਸ ਕੇ ਕੀਤਾ, ਇਹ ਨਹੀਂ ਕਿ ਚੁੱਪ ਚੁਪੀਤੇ ਕੀਤਾ। 29 ਤਰੀਕ ਤੱਕ ਮੈਂ ਸਰਕਾਰ ਦਾ ਪੱਖ ਲਿਆ ਕਿ ਕੀ ਸਰਕਾਰ ਵੱਲੋਂ ਮਤਲਬ ਅਪੀਲ ਫਾਈਲ ਕੀਤੀ ਜਾ ਰਹੀ ਹੈ ਕਿ ਨਹੀਂ ਕੀਤੀ ਜਾ ਰਹੀ ਹੈ। ਨਹੀਂ ਕੀਤੀ ਗਈ ਤਾਂ ਮੈਂ 30 ਜੂਨ ਨੂੰ ਜੋ ਲਿਮਿਟੇਸ਼ਨ ਪੀਰੀਅਡ ਹੁੰਦਾ ਸੀ ਤਾਂ ਆਖਰੀ ਦਿਨ ਮੈਂ ਆਪਣੇ ਵੱਲੋਂ ਅਪੀਲ ਫਾਈਲ ਕਰ ਦਿੱਤੀ ਸੀ। ਅਪੀਲ ਫਾਈਲ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ਕਿ ਕੁੰਵਰ ਵਿਜੇ ਪ੍ਰਤਾਪ ਵੱਲੋਂ ਕੀਤੀ? ਦੇਖੋ ਇਹ ਤੁਹਾਨੂੰ ਵੀ ਪਤਾ ਹੈ ਕਿ ਆਮ ਆਦਮੀ ਪਾਰਟੀ ਇਹਦੇ ਵਿੱਚ ਦੇਖੋ ਆਮ ਆਦਮੀ ਪਾਰਟੀ ਮੈਂ ਜੁਆਇਨ ਕਰ ਲਿਆ ਨਾ ਜੀ। ਆਮ ਆਦਮੀ ਪਾਰਟੀ ਜੁਆਇਨ ਕਰਨ ਦੇ ਨਾਲ ਜੋ ਪ੍ਰੋਫੈਸ਼ਨਲਿਜ਼ਮ ਜੋ ਹੈ ਉਸ ਦੇ ਉੱਤੇ ਤਾਂ ਕੋਈ ਅਸਰ ਨਹੀਂ ਪੈਂਦਾ। ਸਾਡੀ ਆਮ ਆਦਮੀ ਪਾਰਟੀ ਹੀ ਹੈ ਜੋ ਦੇਖੋ ਇਸ ਪੋਲਿਟਿਕਸ ਨੂੰ ਬਦਲਣਾ ਚਾਹੁੰਦੀ ਹੈ। ਇਸ ਪੋਲਿਟਿਕਸ ਨੂੰ ਬਦਲਣ ਵਾਸਤੇ ਸਵਾਲ ਹੈ ਕਿ ਦੇਖੋ ਤੁਸੀਂ ਵੀ ਪੋਲਿਟਿਸਾਈਜ਼ ਕਰ ਰਹੇ ਹੋ ਇਸ ਮੁੱਦੇ ਨੂੰ। ਮੇਰਾ ਸਵਾਲ ਕਰ ਰਿਹਾ ਜੀ ਕਿ ਕੁੰਵਰ ਵਿਜੇ ਪ੍ਰਤਾਪ ਹੋਣਾ ਵੱਲੋਂ ਜਿਹੜੀ ਉਹ ਪਟੀਸ਼ਨ ਪਾਈ ਗਈ ਸੀ ਕਿ ਆਮ ਆਦਮੀ ਪਾਰਟੀ ਵੱਲੋਂ ਗਈ ਸੀ, ਇਹ 'ਚ ਰਾਜਨੀਤੀ ਦਾ ਤਾਂ ਕੋਈ ਮਸਲਾ ਹੀ ਨਹੀਂ। ਤੁਸੀਂ ਪਟੀਸ਼ਨ ਪੜ੍ਹ ਕੇ ਦੇਖ ਲਓ, ਇੱਕ ਵਾਰ ਪਟੀਸ਼ਨ ਦੇਖ ਲਓ, ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਸ ਦੇ ਵੱਲੋਂ ਫਾਈਲ ਕੀਤੀ ਗਈ। ਸਰਕਾਰ ਨੇ ਵੀ ਪਟੀਸ਼ਨ ਫਾਈਲ ਕੀਤੀ ਹੈ, ਸਰਕਾਰ ਕਹਿੰਦੀ ਸੀ ਬਹੁਤ ਗੰਭੀਰ ਹੈ। ਦੇਖੋ ਬਹੁਤ ਦੇਰੀ ਦੇ ਨਾਲ ਮੈਨੂੰ ਪਤਾ ਲੱਗਿਆ ਹੈ ਕਿ ਹੁਣ 2-4 ਦਿਨ ਪਹਿਲਾਂ ਸਰਕਾਰ ਵੱਲੋਂ ਫਾਈਲ ਕੀਤਾ ਗਿਆ ਸੀ। ਜੇਕਰ ਫਾਈਲ ਕਰਨਾ ਸੀ ਉਦੋਂ ਹੀ ਫਾਈਲ ਕਰ ਲੈਂਦੇ, ਜੇਕਰ ਉਦੋਂ ਫਾਈਲ ਕਰ ਲੈਂਦੇ ਤਾਂ ਸ਼ਾਇਦ ਇਹ ਸਾਰਾ ਡਰਾਮਾ ਨਹੀਂ ਹੋਣਾ ਸੀ ਜੋ ਦਿੱਲੀ ਦੇ ਵਿੱਚ 2 ਮਹੀਨੇ ਤੱਕ ਚੱਲਿਆ। ਫਿਰ ਬਾਅਦ ਦੇ ਵਿੱਚ ਪ੍ਰਧਾਨਗੀ ਵੀ ਬਦਲ ਗਈ, ਸਾਰਾ ਕੁਝ ਹੋ ਗਿਆ। ਇਹ ਸਾਰਾ ਐਸੇ ਕਰਕੇ ਹੋਇਆ ਨਾ ਜੀ। ਤੇ ਜੇਕਰ ਸਰਕਾਰ ਨੂੰ ਚਾਹੀਦਾ ਸੀ ਕਿ ਉਦੋਂ ਹੀ ਫਾਈਲ ਕਰ ਲੈਂਦੇ, ਲੇਕਿਨ ਦੋਸ਼ੀਆਂ ਪ੍ਰਤੀ ਇੱਕ ਗਰੁੱਪ ਸੀਗਾ ਸਰਕਾਰ ਦੇ ਵਿੱਚ ਜਿਨ੍ਹਾਂ ਦਾ ਗਰੁੱਪ ਦੇ ਨਾਮ ਕੁਝ ਹੋਣਗੇ। ਗਰੁੱਪ 'ਚ ਦਿੱਲੀ ਦੇ ਵਿੱਚ ਹੀ ਤੁਹਾਨੂੰ ਪਤਾ ਚੱਲ ਗਿਆ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਕੀਤਾ। ਆਪਸ ਦੇ ਵਿੱਚ ਹੀ ਇਹਨਾਂ ਨੇ ਦੱਸ ਦਿੱਤਾ ਕਿ ਕਿਹੜਾ ਗਰੁੱਪ ਹੈ, ਕਿਸ ਤਰੀਕੇ ਦੇ ਨਾਲ ਹੈ। ਜਦੋਂ ਮੰਨ ਲਓ ਚੀਫ ਮਿਨਿਸਟਰ ਸਾਹਿਬ ਨੇ, ਪੰਜਾਬ ਦੇ ਚੀਫ ਮਿਨਿਸਟਰ, ਇੰਡੀਆ ਦੇ ਸਭ ਤੋਂ ਸੀਨੀਅਰ ਤੁਸੀਂ ਕਹੋਗੇ ਚੀਫ ਮਿਨਿਸਟਰ, ਪਾਵਰਫੁਲ ਚੀਫ ਮਿਨਿਸਟਰ, ਉਹਨਾਂ ਦੇ ਆਰਡਰਾਂ ਦੀ ਜਦੋਂ ਕੰਪਲਾਈਂਸ ਨਹੀਂ ਹੁੰਦੀ ਹੈ ਤਾਂ ਪਤਾ ਤਾਂ ਲੱਗਦਾ ਹੈ ਨਾ ਕਿ ਕੋਈ ਨਾ ਕੋਈ ਉਹ ਤਾਕਤ ਹੈ ਜੋ ਚੀਫ ਮਿਨਿਸਟਰ ਸਾਹਿਬ ਨੂੰ ਵੀ ਓਵਰਰੂਲ ਕਰ ਰਹੀ ਹੈ, ਉਹਨਾਂ ਦੇ ਆਦੇਸ਼ਾਂ ਨੂੰ ਓਵਰਰੂਲ ਕਰ ਰਹੀ ਹੈ। ਤਾਂ ਉਹ ਕਿਹੜੀ ਤਾਕਤ ਹੋ ਸਕਦੀ ਹੈ? ਤੇ ਦੋਸ਼ੀਆਂ ਦੇ ਨਾਲ ਮਿਲ ਕੇ ਦੋਸ਼ੀਆਂ ਨੂੰ ਬਚਾਉਣ ਵਾਸਤੇ ਇਹ ਕੰਮ ਹੋ ਰਿਹਾ ਹੈ। ਕੌਣ ਕੁਝ ਨਾਮ ਤੁਸੀਂ ਦੇਖ ਲੈਣਾ, ਇਹ ਸਾਰਾ ਕੁਝ ਮਤਲਬ ਉਹਨਾਂ ਦੀ ਪਾਰਟੀ ਦੇ ਹੀ ਮੈਂਬਰਾਂ ਨੇ ਦੱਸ ਦਿੱਤੀ ਹੋਈ ਹੈ, ਮੈਨੂੰ ਦੱਸਣ ਦੀ ਕੋਈ ਲੋੜ ਨਹੀਂ ਹੈ। ਇਹ ਸਾਰਾ ਕੁਝ ਕਲੀਅਰ ਹੋ ਗਿਆ ਹੈ, ਤਾਂ ਹੀ ਤਾਂ ਪ੍ਰਧਾਨਗੀ ਚੇਂਜ ਹੋਈ ਹੈ। ਪ੍ਰਧਾਨਗੀ ਜਿਨ੍ਹਾਂ ਦੀ ਚੇਂਜ ਹੋਈ, ਜਿਹੜੇ ਨਵੇਂ ਪ੍ਰਧਾਨ ਆਏ ਨੇ ਉਹ ਵੀ ਬਹੁਤ ਜ਼ਿਆਦਾ ਗੰਭੀਰ ਸੀ, ਕਾਫੀ ਟਵੀਟ ਕਰਦੇ ਸੀ ਬੇਅਦਬੀ ਦੇ ਮਸਲੇ ਦੇ ਉੱਤੇ, ਲੇਕਿਨ ਜਦੋਂ ਪ੍ਰਧਾਨ ਬਣ ਗਏ ਤੇ ਸ਼ਾਇਦ ਉਹ ਟਵੀਟ ਵੀ ਘਟ ਗਏ। ਚਲੋ ਮੈਂ ਤਾਂ ਇਹਦੇ ਉੱਤੇ ਕੋਈ ਟਿੱਪਣੀ ਨਹੀਂ ਕਰਾਂਗਾ। ਮੈਂ ਉਦੋਂ ਵੀ ਬੇਨਤੀ ਕੀਤੀ ਸੀ। ਮੈਂ 13 ਅਪ੍ਰੈਲ ਵਿਸਾਖੀ ਵਾਲੇ ਦਿਨ ਮੈਂ ਆਪਣੇ ਵੀ ਸੋਸ਼ਲ ਮੀਡੀਆ ਤੇ ਮੈਂ ਫੇਸਬੁੱਕ ਤੇ ਮੈਂ ਬੇਨਤੀ ਕੀਤੀ ਸੀ ਕਿ ਕੋਈ ਵੀ ਇਸ ਮੁੱਦੇ ਨੂੰ ਨਾ ਗਲੈਮਰਾਈਜ਼ ਕਰੇ, ਨਾ ਪੋਲਿਟਿਸਾਈਜ਼ ਕਰੇ। ਹਰ ਵਿਅਕਤੀ ਨੂੰ ਮੈਂ ਬੇਨਤੀ ਕੀਤੀ ਸੀ ਕਿਉਂਕਿ ਇਹ ਮਸਲਾ ਪ੍ਰੋਫੈਸ਼ਨਲ ਮਸਲਾ ਹੈ, ਪੰਜਾਬ ਦੇ ਨਾਲ ਜੁੜਿਆ ਹੋਇਆ ਮਸਲਾ ਹੈ। ਇਸ ਚੀਜ਼ ਨੂੰ ਮੈਂ ਕਿਹਾ ਕਿ ਤੁਸੀਂ ਸਾਰੇ ਸੀਰੀਅਸਲੀ ਲਓ। ਇਹ ਟਵੀਟ ਕਰਨ ਦੇ ਨਾਲ ਤਾਂ ਸਮੱਸਿਆ ਦਾ ਸਮਾਧਾਨ ਨਹੀਂ ਹੋਣਾ ਹੈ ਨਾ। ਨਿੱਜੀ ਅਸੀਂ ਕੋਈ ਫਾਇਦਾ ਲੈ ਸਕਦੇ ਹਾਂ, ਲੇਕਿਨ ਸਮੱਸਿਆ ਦਾ ਸਮਾਧਾਨ ਨਹੀਂ ਹੋ ਸਕਦਾ ਹੈ। ਸਮਝੋ ਟਵੀਟ ਕਰਕੇ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਆਪਣੀ ਪਰਸਨਲ ਜਿਹੜੀ ਹੈ ਵਿਲ ਵਧਾਈ ਹੈ। ਮੈਂ ਕੋਈ ਟਿੱਪਣੀ ਨਹੀਂ ਕਰਾਂਗਾ ਇਹਦੇ ਉੱਤੇ। ਜੋ ਤੁਸੀਂ ਚਾਹ ਰਹੇ ਹੋ ਉਹ ਮੈਂ ਨਹੀਂ ਮਤਲਬ ਜਵਾਬ ਦੇਵਾਂਗਾ। ਸਵਾਲ ਕਰ ਰਿਹਾ ਸਰ ਕਿ ਤੁਸੀਂ ਆਪੇ ਕਿਹਾ ਕਿ ਪੰਜਾਬ ਦਾ ਜੁੜਿਆ ਮਸਲਾ ਹੈ, ਤੁਸੀਂ ਇੱਕ ਗੱਲ ਕਹੀ ਹੈ ਕਿ ਟਵੀਟ ਵੀ ਕਰ ਰਹੇ ਨੇ, ਟਵੀਟ ਕਰਕੇ ਆਪਣੀ ਭਾਵਨਾਵਾਂ ਜ਼ਾਹਰ ਕਰ ਰਹੇ ਨੇ। ਉਹ ਕਹਿੰਦੇ ਮੇਰੀ ਭਾਵਨਾ ਆਹਤ ਹੁੰਦੀ ਹੈ, ਮੈਨੂੰ ਰਾਤ ਨੀਂਦ ਨਹੀਂ ਆਉਂਦੀ ਕਿ ਜਦੋਂ ਮੈਂ ਬੇਅਦਬੀ ਦੀ ਘਟਨਾਵਾਂ 'ਤੇ ਇਨਸਾਫ ਨਹੀਂ ਮਿਲਦਾ। ਇਸ ਚੀਜ਼ ਦਾ ਬਿਹਤਰ ਜਵਾਬ ਉਹੀ ਦੇ ਸਕਦੇ ਨੇ, ਤੁਸੀਂ ਉਹਨਾਂ ਕੋਲ ਇਸ ਚੀਜ਼ ਦਾ ਜਵਾਬ ਲੈ ਸਕਦੇ ਹੋ। ਮੈਂ ਆਪਣੀ ਡਿਊਟੀ ਕੀਤੀ ਤੇ ਕਰ ਰਿਹਾ ਤੇ ਕਰਦਾ ਰਹਾਂਗਾ। ਅਗਲੀ ਡੇਟ ਕੀ ਹੈ ਜੀ ਇਹਦੀ? देखो 7 दिसंबर अगली डेट है। तो मतलब मैं यही कहूँगा कि मैं अपने फर्जां की पूर्ति कर रहे हैं, मैं अपनी ड्यूटी पूरी की है। तो मैं अपनी ड्यूटी दे विच कदे भी कोताही नहीं करांगा। बेशक मैं पॉलिटिक्स ज्वाइन कर लिया, पार्टी ज्वाइन कर लिया, ये पार्टी का भी एक कमिटमेंट है कि इस केस दे विच इंसाफ मिलना चाहिए है। तो ये पार्टी भी मतलब कोशिश करेगी। पर इंसाफ लैके सारी पार्टियां कह रही हैं इंसाफ मिलना चाहिए। अगर असीं अकाली दल नाल गल करते हैं, कांग्रेस नाल गल करते हैं, सारे कहते इंसाफ मिलना चाहिए, पर इंसाफ दवाऊ कौन? इंसाफ होगा, सच्चाई की जीत होंदी है। एक पर्दा जरूर दिखाई देता है कि पर्दा मतलब वो पर्दा जो उठ जाएगा इंसाफ मिलेगा। तुसीं देख लेना। बहुत सारे सवाल बहुत सारे सवाल तुहाडे ते भी खड़े हुए सी जदों सिट दी जिहड़ी रिपोर्ट खारिज कीती गई सी। देखो फिर मैं वही कह रहे हैं ना कि तुसीं रिपोर्ट पढ़ लो। जिन्हां ने सवाल कीते सी हैं वो अगले जन्म दे विच भी उस रिपोर्ट नूं पढ़न ते समझण दी काबलियत नहीं रखणगे। मेरी गारंटी है अगले जन्म दे विच भी उन्हां दी आउण वाली जनरेशन भी नहीं कर पाएगी। क्यों? क्योंकि वो पॉलिटिक्स ही खत्म हो रही है। वो पॉलिटिक्स हुण खत्म हो गई क्योंकि इन्होंने जनता के सेंटीमेंट्स के नाल खिलवाड़ किया। इन्होंने पॉलिटिक्स की अपने वास्ते। ग्लोबलाइजेशन का सब तो ज़्यादा फायदा इन्होंने पॉलिटिशियनों ने उठाया। पॉलिटिशियन के नाम होंगे, सब कुछ आएगा। ये जनता ही वाइट पेपर जारी करेगी। जदों जनता की सरकार आएगी ना, आम लोगों की सरकार आएगी, आम लोग ही वाइट पेपर जारी करेंगे। सारा कुछ तुहानूं पता लग जाएगा। जनता दी कचहरी च लैके जाओगे इन्हां दे नाम सारे मेरी फिलहाल तुसीं नाम नहीं ना बोलते तो थोड़ा जिहा ना थोड़ा
ਤੁਸੀਂ ਸਮਝ ਹੀ ਨਹੀਂ ਰਹੇ ਹੋ। ਇਹ ਸਾਰੀ ਇਨਕੁਆਇਰੀ ਵੀ ਜਨਤਾ ਹੀ ਕਰੇਗੀ, ਇਹ ਕੋਈ ਹੋਰ ਏਜੰਸੀ ਆकर नहीं करेगी। ये सारी इंक्वायरी भी जनता करेगी, जनता ही वाइट पेपर जारी करेगी, क्योंकि जो आम आदमी पार्टी की सरकार होगी उस दे विच पावर ही जनता दे कोल रहेगा, सब कुछ जनता दे कोल रहेगा। असी तो देखो एक जनता दे एक सेवक दे रूप दे विच काम करना है, सब कुछ जनता करेगी। तुसी देख लेना। ਮਨੀਸ਼ ਤਿਵਾਰੀ ਆਏ ਸੀ 2 ਦਿਨ ਪਹਿਲੇ, ਉਹ ਕਹਿੰਦੇ ਜੀ ਕਿ ਜਿਹੜਾ ਹੈਗਾ ਕਿ ਕਾਫੀ ਨੁਕਸਾਨ ਤੁਹਾਡੀ ਰਿਪੋਰਟ ਕਰਕੇ ਹੋਇਆ। ਉਹਨਾਂ ਨੂੰ ਇੱਕ ਪੈਰਾਗ੍ਰਾਫ ਵੀ ਸਮਝ ਦੇ ਵਿੱਚ ਆ ਜਾਏ ਤਾਂ ਮੈਂ ਬੋਲ ਦੇਵਾਂਗਾ। ਜੇਕਰ ਉਹਨਾਂ ਨੂੰ ਹਿੰਮਤ ਹੈ ਤਾਂ ਡਿਬੇਟ ਕਰਵਾ ਦਿਓ ਮੇਰੇ ਨਾਲ, ਰਿਪੋर्ट ਦੀ ਕਾਪੀ ਲੈ ਲੈ। ਚੈਲੰਜ ਮੈਂ ਚੈਲੰਜ ਅੱਜ ਤੋਂ ਕਰ ਰਿਹਾ। ਉਹਨਾਂ ਨੂੰ ਤਾਂ 2 ਲਾਈਨ ਵੀ ਸਮਝ ਨਹੀਂ ਹੈ ਇਸ ਕੇਸ ਦੀ, ਨਾ ਇਸ ਕੇਸ ਦੀ। ਦੇਖੋ ਸਪੋਕਸਮੈਨ ਹੋਣਾ ਵੱਖਰੀ ਗੱਲ ਹੁੰਦੀ ਹੈ, ਸਟੇਟਮੈਂਟ ਦੇਣਾ ਵੱਖਰੀ ਗੱਲ ਹੁੰਦੀ ਹੈ, ਤੇ ਮੁੱਦੇ ਨੂੰ ਸਮਝਣਾ ਇੱਕ ਵੱਖਰੀ ਗੱਲ ਹੁੰਦੀ ਹੈ। ਇਹ ਬਹੁਤ ਹੀ ਟੈਕਨੀਕਲ ਇਸ਼ੂ ਹੈ, अत्यंत ਟੈਕਨੀਕਲ ਇਸ਼ੂ ਹੈ। ਮਨੀਸ਼ ਤਿਵਾਰੀ ਦੇ ਬਸ ਦਾ ਇਹ ਰੋਗ ਨਹੀਂ ਹੈ ਸਮਝਣਾ। ਜੇਕਰ ਉਹਨਾਂ ਨੂੰ ਬਿਆਨ ਦੇਣਾ ਸੀ ਨਾ ਤਾਂ ਆਪਣੇ ਮਾਨਯੋਗ ਚੀਫ ਮਿਨਿਸਟਰ ਸਾਹਿਬ ਦੇ ਨਾਲ ਪਹਿਲਾਂ ਕੰਸਲਟ ਕਰ ਲੈਣਾ ਚਾਹੀਦਾ ਸੀ। ਉਹਨਾਂ ਨੇ ਆਪਣੇ ਚੀਫ ਮਿਨਿਸਟਰ ਦੇ ਸਟੈਂਡ ਨੂੰ ਹੀ ਬਦਲ ਦਿੱਤਾ। ਉਹਨਾਂ ਨੇ ਜੋ ਕੁਝ ਵੀ ਬੋਲਿਆ ਉਹ ਮੇਰੇ ਖਿਲਾਫ ਨਹੀਂ ਬੋਲਿਆ, ਆਪਣੇ ਚੀਫ ਮਿਨਿਸਟਰ ਦੇ ਖਿਲਾਫ ਉਹਨਾਂ ਨੇ ਬਿਆਨ ਦਿੱਤਾ। ਪਰ ਨਵਜੋਤ ਸਿੰਘ ਸਿੱਧੂ ਨੇ ਜਿਸ ਤਰ੍ਹਾਂ ਟਵੀਟ ਕੀਤੇ ਉਹ ਸਮਝਦੇ ਸੀ ਇਸ ਪੂਰੇ ਕੇਸ ਨੂੰ। ਮੇਰੀ ਗੱਲ ਸੁਣੋ, ਕਿਉਂ ਬਾਰ-ਬਾਰ ਤੁਸੀਂ ਉਹਨਾਂ ਦੀ ਪਾਰਟੀ ਦਾ ਮਸਲਾ ਹੈ, ਉਹਨਾਂ ਦੀ ਪਾਰਟੀ ਦੇ ਨਾਲ ਤੁਸੀਂ ਗੱਲ ਕਰੋ। ਪੋਲਿਟਿਸਾਈਜ਼ ਉਹਨਾਂ ਨੇ ਸਵਾਲ ਹੈ ਕਿ ਤੁਸੀਂ ਦੇਖੋ ਦਿੱਲੀ ਦੇ ਵਿੱਚ ਜੋ ਕੁਝ ਵੀ ਹੋਇਆ, ਦਿੱਲੀ ਦੇ ਵਿੱਚ 2 ਮਹੀਨੇ ਤੱਕ ਸਾਰਾ ਕੁਝ ਜਮਾਵੜਾ ਰਿਹਾ, ਇਹ ਸਾਰਾ ਉਹਨਾਂ ਦੀ ਪਾਰਟੀ ਦਾ ਮਸਲਾ ਹੈ। ਠੀਕ ਹੈ। ਜੇਕਰ ਬੇਅਦਬੀ ਦੇ ਇਸ਼ੂ ਦੇ ਉੱਤੇ ਗੱਲ ਕਰ ਰਹੇ ਹਾਂ, ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਆਵਾਜ਼ ਚੁੱਕੀ ਸੀ ਬੇਅਦਬੀ ਦੇ ਮਸਲੇ ਦੇ ਉੱਤੇ। ਉਹ ਕਹਿੰਦੇ ਸੀ ਮੈਂ ਕਾਫੀ ਚਿੰਤਿਤ ਹਾਂ ਔਰ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ। ਤਾਂ ਤੁਸੀਂ ਉਹਨਾਂ ਦੇ ਨਾਲ ਗੱਲ ਕਰ ਲਓ, ਤੁਸੀਂ ਉਹਨਾਂ ਦੇ ਬਹੁਤ ਅੱਛੇ ਮਿੱਤਰ ਹੋ, ਮੈਨੂੰ ਪਤਾ ਹੈ, ਤੇ ਤੁਸੀਂ ਉਹਨਾਂ ਦੇ ਨਾਲ ਗੱਲ ਕਰਕੇ ਪੁੱਛ ਲਓ। ਉਹਨਾਂ ਨੂੰ ਤੁਸੀਂ ਦੁਬਾਰਾ ਪੁੱਛ ਲਓ। ਜੋ ਮੇਰਾ ਫਰਜ਼ ਬਣਦਾ ਸੀ, ਸੁਣੋ ਤਾਂ ਸਹੀ, ਮੈਂ ਆਪਣੀ ਗੱਲ ਬੋਲ ਸਕਦਾ ਹਾਂ ਨਾ ਜੀ। ਤੇ ਮੈਂ ਦੇਖੋ ਅਪੀਲ ਸਰਕਾਰ ਨੇ ਨਹੀਂ ਕੀਤੀ, ਮੈਂ ਅਪੀਲ ਕਰ ਦਿੱਤੀ। ਅਪੀਲ ਤੇ ਨੋਟਿਸ ਆਫ ਮੋਸ਼ਨ ਇਸ਼ੂ ਹੋ ਗਿਆ। ਅਸੀਂ ਲੜਾਈ ਲੜ ਰਹੇ ਹਾਂ। ਤੁਸੀਂ ਨਵਜੋਤ ਸਿੱਧੂ ਨੂੰ ਵੀ ਨਹੀਂ ਕਹੋ, ਉਦੋਂ ਵੀ ਮੈਂ ਬੇਨਤੀ ਕੀਤੀ ਸੀ ਕਿ ਤੁਸੀਂ ਮੇਰੀ ਸਪੋਰਟ ਕਰੋ। ਕਾਨੂੰਨ ਸਪੋਰਟ ਮੰਗਦੇ ਹੋ ਤੁਸੀਂ? ਸੁਣੋ ਤਾਂ ਸਹੀ, ਮੈਂ ਉਦੋਂ ਵੀ ਉਹਨਾਂ ਨੂੰ ਬੇਨਤੀ ਕੀਤੀ ਸੀ, ਕਈ ਹੋਰ ਲੋਕਾਂ ਨੂੰ ਬੇਨਤੀ ਕੀਤੀ ਸੀ ਕਿ ਸਪੋਰਟ ਕਰੋ। ਅੱਜ ਮੈਂ ਸਰਕਾਰ ਨੂੰ ਵੀ ਬੇਨਤੀ ਕਰਾਂਗਾ ਕਿ ਪਾਰਟੀ ਲਾਈਨ ਨੂੰ ਛੱਡ ਦਿਓ, ਪੋਲਿਟਿਕਸ ਨੂੰ ਛੱਡ ਦਿਓ। ਨਵਜੋਤ ਸਿੰਘ ਸਿੱਧੂ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਸਪੋਰਟ ਤਾਂ ਕਰੋ, ਤੁਸੀਂ ਵੀ ਰਿਪੋਰਟ ਪੜ੍ਹੋ, ਦੇਖੋ ਕਿ ਰਿਪੋਰਟ ਦੇ ਵਿੱਚ ਕੀ ਹੈ। ਅਕਾਲੀ ਦਲ ਨੂੰ ਕਹਿੰਦੇ ਕਿ ਵੀ ਸਪੋਰਟ ਦੇਖੋ, ਤੁਸੀਂ ਅਕਾਲੀ ਦਲ ਤੇ ਦੋਸ਼ੀ ਇਹ ਵੱਖਰੇ ਵੱਖਰੇ ਤੁਸੀਂ ਮੰਨ ਕੇ ਚਲੋ। ਸਾਰਾ ਅਕਾਲੀ ਦਲ ਦੋਸ਼ੀ ਨਹੀਂ ਹੈ ਨਾ ਜੀ। ਅਕਾਲੀ ਦਲ ਦੇ ਵਿੱਚ ਚੰਗੇ ਲੋਕ ਵੀ ਨੇ, ਠੀਕ ਹੈ ਨਾ। ਅਕਾਲੀ ਦਲ ਦੇਖੋ 100 ਸਾਲ ਪੁਰਾਣੀ ਪਾਰਟੀ ਹੈ। ਚੰਗੇ ਲੋਕਾਂ ਦੇ ਕੁਝ ਨਾਮ ਮੇਰਾ ਤਾਂ ਤੁਸੀਂ ਜਵਾਬ ਤਾਂ ਸੁਣੋ। ਅਕਾਲੀ ਦਲ ਜੋ ਹੈ 100 ਸਾਲ ਪੁਰਾਣੀ ਪਾਰਟੀ ਹੈ, ਠੀਕ ਹੈ ਕਿ ਨਹੀਂ। ਉਹਦੇ ਵਿੱਚ ਬਹੁਤ ਚੰਗੇ ਚੰਗੇ ਲੋਕ ਨੇ। ਇੱਕ ਵਿਅਕਤੀ ਖਰਾਬ ਹੋ ਗਿਆ, ਇੱਕ ਪਰਿਵਾਰ ਖਰਾਬ ਹੋ ਗਿਆ, ਉਸ ਦੇ ਨਾਲ ਅਕਾਲੀ ਦਲ ਖਰਾਬ ਨਹੀਂ ਹੁੰਦਾ ਹੈ। ਅਕਾਲੀ ਦਲ ਦੀ ਕੁਰਬਾਨੀ ਤੁਸੀਂ ਦੇਖੋ, ਇੱਕ ਪਰਿਵਾਰ ਨੇ ਉਸ ਅਕਾਲੀ ਦਲ ਨੂੰ ਖਰਾਬ ਕੀਤਾ, ਠੀਕ ਹੈ ਕਿ ਨਹੀਂ। ਨਹੀਂ ਤਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਜ਼ਿੰਦਗੀ ਦੇ ਵਿੱਚ ਤੀਜੇ ਨੰਬਰ ਤੇ ਉਹ ਨਹੀਂ ਜਾਂਦੇ। ਬੇਅਦਬੀ ਕਰਵਾਈ ਗਈ ਹੈ, ਬੇਅਦਬੀ ਕਰਵਾਈ ਗਈ ਹੈ, ਗੋਲੀ ਚਲਵਾਈ ਗਈ ਹੈ, ਪਬਲਿਕ ਦੇ ਸੈਂਟੀਮੈਂਟਸ ਦੇ ਨਾਲ ਖਿਲਵਾੜ ਕੀਤਾ ਗਿਆ ਹੈ, ਸਮਝੇ ਕਿ ਨਹੀਂ। ਇਸ ਕਰਕੇ ਮੈਂ ਪਾਰਟੀ ਨੂੰ ਖਰਾਬ ਨਹੀਂ ਕਰਦਾ, ਬੋਲਦਾ ਹਾਂ ਹਰੇਕ ਪਾਰਟੀ ਠੀਕ ਹੁੰਦੀ ਹੈ। ਪਾਰਟੀ 'ਚ ਬੰਦੇ ਵੀ ਬੜੇ ਜੁਆਇਨ ਕਰ ਰਹੇ ਅੱਜ ਕੱਲ੍ਹ। ਮੇਰੀ ਗੱਲ ਤਾਂ ਸੁਣੋ, ਪਾਰਟੀ ਕੋਈ ਖਰਾਬ ਨਹੀਂ ਹੁੰਦੀ ਹੈ। ਪਾਰਟੀ ਨੂੰ ਮਤਲਬ ਚਲਾਉਣ ਵਾਲੇ, ਪਾਰਟੀ ਦੇ ਵਿੱਚ ਜਿਹੜੇ ਲੀਡਰ ਆਉਂਦੇ ਨੇ ਉਹ ਚੰਗੇ ਹੋ ਸਕਦੇ ਨੇ, ਮਾੜੇ ਹੋ ਸਕਦੇ ਨੇ। ਹਰੇਕ ਪਾਰਟੀ ਦਾ ਤੁਸੀਂ ਸੰਵਿਧਾਨ ਦੇਖੋ, ਜਦੋਂ ਪਾਰਟੀ ਬਣਦੀ ਹੈ ਨਾ ਤਾਂ ਉਸ ਦਾ ਇੱਕ ਆਈਡੀਅਲ ਮਤਲਬ ਰੱਖਿਆ ਜਾਂਦਾ ਹੈ। ਤਾਂ ਆਈਡੀਓਲੋਜੀ ਜੇਕਰ ਦੇਖੋਗੇ ਨਾ ਤਾਂ ਕਿਸੇ ਵੀ ਪਾਰਟੀ ਦਾ ਕੁਝ ਮਤਲਬ ਖਰਾਬ ਨਹੀਂ ਹੁੰਦਾ ਹੈ। ਲੇਕਿਨ ਲੋਕ ਮਾੜੇ ਹੁੰਦੇ ਨੇ, ਚਲਾਉਣ ਵਾਲੇ ਲੋਕ ਮਾੜੇ ਹੋ ਸਕਦੇ ਨੇ, ਚੰਗੇ ਹੋ ਸਕਦੇ ਨੇ। ਬਾਕੀ ਅੱਜ ਦੀ ਤਾਰੀਖ ਦੇ ਵਿੱਚ ਮੇਰੇ ਵੱਲੋਂ ਤੁਸੀਂ ਉਮੀਦ ਹੈ ਕਿ ਹੁਣ ਇਨਸਾਫ ਦੀ ਇੱਕ ਨਵੀਂ ਕਿਰਨ ਜਾਗੇਗੀ। ਇਨਸਾਫ ਤਾਂ ਹਮੇਸ਼ਾ ਹੁੰਦਾ ਹੈ ਜੀ, ਇਨਸਾਫ ਹਮੇਸ਼ਾ ਹੁੰਦਾ ਹੈ। ਸੱਚਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ। ਇਸ ਮਸਲੇ ਦੇ ਵਿੱਚ ਵੀ ਸੱਚਾਈ ਦੀ ਜਿੱਤ ਹੋਗੀ। ਸ਼ੁਕਰੀਆ। ਤਾਂ ਕੁੰਵਰ ਵਿਜੇ ਪ੍ਰਤਾਪ ਸਾਡੇ ਨਾਲ ਮੌਜੂਦ ਸੀ, ਜਿਨ੍ਹਾਂ ਨੇ ਅੱਜ ਗੱਲਬਾਤ ਕੀਤੀ ਹੈ। ਤਾਂ ਕੋਟਕਪੂਰਾ ਗੋਲੀकांड ਦੇ ਵਿੱਚ ਇੱਕ ਅਹਿਮ ਜਿਹੜੀ ਅੱਜ ਜਾਣਕਾਰੀ ਹੋਈ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਡਬਲ ਬੈਂਚ ਵੱਲੋਂ ਜਿਹੜੀ ਹੈ ਉਹ ਇਹਨਾਂ ਦੀ ਜਿਹੜੀ ਪਟੀਸ਼ਨ ਨਹੀਂ ਉਸ ਨੂੰ ਰਿਸੀਵ ਕਰ ਲਿੱਤਾ ਗਿਆ ਹੈ। ਤੇ ਉਹਦੇ ਵਿੱਚ ਜਿਹੜਾ ਹੈ ਅਗਲਾ ਤਰੀਕ ਜਿਹੜੀ ਹੈ 7 ਦਸੰਬਰ ਨਿਰਧਾਰਿਤ ਕੀਤੀ ਗਈ ਹੈ। ਲੇਕਿਨ ਵੱਡਾ ਸਵਾਲ ਹੈ ਕਿ ਆਖਿਰਕਾਰ ਅਦਾਲਤੀ ਪੇਚ ਤੋਂ ਨਿਕਲ ਕੇ ਕਦੋਂ ਇਨਸਾਫ ਮਿਲੂਗਾ, ਜਿਹਦੇ ਨਾਲ ਕਿ ਖਾਸ ਕਰਕੇ ਕੋਟਕਪੂਰਾ ਗੋਲੀकांड ਜਿਹੜਾ ਹੈ ਉਹਦੇ ਵਿੱਚ ਜਿਹੜੇ ਉਹ ਦੋਸ਼ੀ ਨੇ ਜਿਨ੍ਹਾਂ ਨੇ ਗੋਲੀਆਂ ਚਲਵਾਈਆਂ ਉਹਨਾਂ ਨੂੰ ਸਜ਼ਾ ਮਿਲ ਸਕੇਗੀ ਤੇ ਜਿਹੜੀ ਸਿੱਖ ਕੌਮ ਹੈ ਜਿਨ੍ਹਾਂ ਦੇ ਹਿਰਦੇ ਵਲੂੰਦਰੇ ਗਏ ਨੇ ਉਹਨਾਂ ਨੂੰ ਇਨਸਾਫ ਮਿਲ ਸਕੂਗਾ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਣੀ ਟੀਵੀ, ਅੰਮ੍ਰਿਤਸਰ।